ਵਾਹਿਗੁਰੂ 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 ਵਾਹਿਗੁਰੂ। ਤਿੰਨਾਂ ਗੁਣਾਂ ਵਿੱਚ ਹੋ ਕੇ ਵੀ ਤਿੰਨਾਂ ਗੁਣਾਂ ਤੋਂ ਅਤੀਤ ਹੈ, ਤਿੰਨਾਂ ਕਾਲਾਂ ਵਿੱਚ ਹੋ ਕੇ ਵੀ ਉਹ ਕਾਲ ਅਤੀਤ ਹੈ, ਤਿੰਨਾਂ ਅਵਸਥਾਵਾਂ ਵਿੱਚ ਹੋ ਕੇ ਵੀ ਉਹ ਸਾਰੀਆਂ ਅਵਸਥਾਵਾਂ ਤੋਂ ਅਤੀਤ ਹੈ। ਉਹ ਹੈ ਇੱਕ ਓਂਕਾਰ, ਉਹਦਾ ਸਰਗੁਣ ਰੂਪ ਹੈ। ਸਤਨਾਮ ਸਤਨਾਮ ਸ੍ਰੀ ਵਾਹਿਗੁਰੂ 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 ਸਤਨਾਮ ਸਤਨਾਮ ਸ੍ਰੀ ਵਾਹਿਗੁਰੂ 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 ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਆਓ ਜੋ ਪਾਵਨ ਬਾਣੀ ਸ੍ਰੀ ਆਨੰਦ ਸਾਹਿਬ ਜੀ ਦੀ ਵਿਚਾਰ ਕੁਝ ਸਮੇਂ ਤੋਂ ਚੱਲ ਰਹੀ ਹੈ। ਹੁਣ ਤੱਕ 18 ਪੌੜੀਆਂ ਦੀ ਵਿਚਾਰ ਹੋਈ ਹੈ। ਅੱਜ 19ਵੀਂ ਪੌੜੀ ਤੋਂ ਵਿਚਾਰ ਆਰੰਭ ਕਰਾਂਗੇ। ਪਹਿਲਾਂ ਪੌੜੀ ਦਾ ਮੂਲ ਪਾਠ, ਫਿਰ ਜੈਸੀ ਜੈਸੀ ਮੇਰੇ ਸਤਿਗੁਰ ਕਿਰਪਾ ਕਰਨਗੇ। ਆਓ ਪਹਿਲਾਂ ਮੂਲ ਪਾਠ ਨਾਲ ਜੁੜੀਏ। ਗੁਰਦੇਵ ਕਿਰਪਾ ਕਰਦੇ ਹਨ। ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤਿਨੀ ਜਨਮ ਜੂਏ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਵੇਦਾਂ ਮਹਿ ਨਾਮ ਉੱਤਮ, ਸੋ ਸੁਣੈ ਨਾਹੀ, ਫਿਰੈ ਜੋ ਬੇਤਾਲੀਆ। ਕਹੈ ਨਾਨਕ ਜਿਨ ਸਜ ਤਜੇ ਅਤਜਿਆ, ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ। ਕਹੈ ਨਾਨਕ ਜਿਨ ਸਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ। ਜੀਉ ਮੈਲੇ ਬਾਹਰੋਂ ਨਿਰਮਲ। ਇਸ ਪਾਵਨ ਪੌੜੀ ਵਿੱਚ ਗੁਰਦੇਵ ਸਾਡੀ ਆਮ ਸੰਸਾਰਿਕ ਵਿਅਕਤੀਆਂ ਦੀ ਜਾਂ ਉਹ ਜੋ
ਧਰਮ ਦੇ ਅਡੰਬਰ ਹੇਠ ਸੰਸਾਰ ਨੂੰ ਭਰਮਾ ਰਹੇ ਹਨ, ਉਹਨਾਂ ਦੀ ਅਵਸਥਾ ਦਾ ਜ਼ਿਕਰ ਕਰਦੇ ਦੱਸਦੇ ਹਨ। ਜਿਉ ਮੈਲੇ, ਜਿਉ ਤੇ ਮਨ ਕਰਕੇ, ਅੰਤਿਸ਼ਕਰਨ ਕਰਕੇ ਤੇ ਅੰਦਰ ਮੈਲ ਹੈ, ਵਿਕਾਰਾਂ ਦੀ, ਤ੍ਰਿਸ਼ਨਾਵਾਂ ਦੀ, ਲੋਭ ਦੀ, ਹਿਰਖ ਦੀ, ਦਵੇਸ਼ ਦੀ, ਤੇ ਬਾਹਰੋਂ ਬੜੇ ਸਾਫ ਸੁਥਰੇ ਚਿੱਟੇ ਬਸਤਰ, ਸੋਹਣੇ ਬਸਤਰ, ਸੋਹਣੀਆਂ ਸੁਗੰਧੀਆਂ ਲਾਈਆਂ ਨੇ। ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਾਂ ਮੈਲੇ। ਬਾਹਰੋਂ ਭਲੇ ਹੀ ਨਿਰਮਲ ਨੇ ਪਰ ਅੰਦਰੋਂ ਤੇ ਮੈਲੇ ਹੀ ਨੇ ਨਾ। ਪਾਤਸ਼ਾਹ ਦੁਹਰਾ ਕੇ ਕਹਿ ਰਹੇ ਨੇ, ਕੀ ਹੋਇਆ ਜੇ ਬਾਹਰੋਂ ਬੜੇ ਸੋਹਣੇ ਬਸਤਰ ਪਾ ਲਏ ਪਰ ਅੰਦਰ ਤੇ ਮੈਲ ਭਰੀ ਹੋਈ ਹੈ। ਦੂਜੇ ਦਾ ਖੋਹਣਾ ਚਾਹੁੰਦੇ ਨੇ, ਦੂਜੇ ਨੂੰ ਦੇਖ ਕੇ ਹਿਰਖ ਆਉਂਦੀ ਮਨ ਵਿੱਚ, ਦੂਜੇ ਦਾ ਬੁਰਾ ਚਿਤਵਦੇ ਨੇ। ਅੰਦਰ ਇੱਛਾਵਾਂ ਤ੍ਰਿਸ਼ਨਾਵਾਂ ਦੀ ਅਗਨੀ ਵਿੱਚ ਜਲ ਰਹੇ ਨੇ, ਲੋਭ ਲਾਲਚ ਦੀ ਅਗਨੀ ਵਿੱਚ ਜਲ ਰਹੇ ਨੇ, ਕ੍ਰੋਧ ਭਰਿਆ ਪਿਆ ਅੰਦਰ। ਤੇ ਪਿਛਲੀ ਪੌੜੀ ਗੁਰਦੇਵ ਇਸ਼ਾਰਾ ਕਰ ਰਹੇ ਨੇ, ਕਰਮੀ ਸਹਿਜ ਨਾ ਉਪਜੇ। ਇਹ ਸਹਿਜ ਅਵਸਥਾ, ਇਹ ਮਨ ਦਾ ਟਿਕਾਓ ਕਰਮ ਕਾਂਡਾਂ ਦੁਆਰਾ ਨਹੀਂ ਪ੍ਰਾਪਤ ਹੋ ਸਕਦਾ। ਕਰਮ ਕਾਂਡਾਂ ਦਾ ਫਲ ਜਿਸ ਤਰ੍ਹਾਂ ਪਾਤਸ਼ਾਹ ਨੇ ਜਪਜੀ ਸਾਹਿਬ ਵਿੱਚ ਵੀ ਕਿਹਾ ਹੈ ਨਾ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਤੀਰਥਾਂ ਤੇ ਇਸ਼ਨਾਨ, ਹੋਰ ਦਾਨ ਧਰਮ ਪੁੰਨ ਕਿਰਿਆ, ਉਹਦਾ ਥੋੜਾ ਹੀ ਮਾਨ, ਮਤਲਬ ਥੋੜਾ ਲਾਹਾ ਹੈ। ਉਹ ਸੰਸਾਰਿਕ ਬਾਬਾ ਹੈ ਜਾਂ ਸੰਸਾਰਿਕ ਧਨ ਪਦਾਰਥ ਮਿਲ ਜਾਣਗੇ। ਪੁੰਨੇ ਕਰਮਾਂ ਦੁਆਰਾ ਪੁੰਨ ਬੀਜਿਆ ਹੈ, ਫਲ ਸੁਖ ਮਿਲ ਜਾਏਗਾ, ਬਸ ਇੰਨਾ ਹੀ ਹੈ। ਮਾੜਾ ਕਰਮ ਕੀਤਾ ਹੈ, ਮਾੜਾ ਬੀਜਿਆ ਹੈ, ਦੁੱਖ ਮਿਲੇਗਾ। ਇਹ ਪੈਰਲਲ ਹੈ, ਪਰ ਦੋਨੋਂ ਵੀ ਭੋਗਣੇ ਪੈਣੇ ਨੇ। ਜਿਸ ਜਨਮ ਨਹੀਂ ਤੇ ਅਗਲੇ ਜਨਮ ਫਿਰ ਹੋਏਗਾ, ਫਿਰ ਉਹ ਸੁਖ ਤੇ ਦੁੱਖ ਭੋਗਣੇ ਨੇ। ਪਰ ਮੁਕਤੀ ਤੇ ਨਾ ਮਿਲੀ ਨਾ। ਸੁਖ ਭੋਗਣ ਲਈ ਵੀ ਜਨਮ, ਦੁੱਖ ਭੋਗਣ ਲਈ ਵੀ ਜਨਮ, ਪਾਪ ਦਾ ਫਲ ਵੀ ਜਨਮ ਤੇ ਪੁੰਨ ਦਾ ਫਲ ਵੀ ਜਨਮ। ਤੇ ਪੁਨਰ ਜਨਮ ਦੇ ਇਸ ਗੇਟ ਤੋਂ ਬਾਹਰ ਕਿਵੇਂ ਨਿਕਲੀਏ? ਕਿ ਬਾਣੀ ਦਾ ਮੁੱਖ ਮਕਸਦ ਜੋ ਹੈ, ਸਮੁੱਚੀ ਬਾਣੀ ਦਾ, ਉਹ ਬ੍ਰਹਮ ਗਿਆਨ ਹੈ। ਬ੍ਰਹਮ ਵਿੱਚ ਲੀਨਤਾ ਕਿਵੇਂ ਮਿਲੇ? ਜੋ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਹੈ, ਉਹ ਜੋ ਪਰਮਾਨੈਂਟ ਸੁਖ, ਉਹ ਆਨੰਦ ਜੋ ਪ੍ਰਾਪਤ ਕਰਨਾ ਹੈ ਕਿ ਜਨਮ ਮਰਨ ਦਾ ਗੇੜ ਹੀ ਮੁੱਕ ਜਾਏ, ਪਰਮ ਅਵਸਥਾ ਪ੍ਰਾਪਤ ਹੋ ਜਾਏ, ਉਹ ਮੁੱਖ ਮਕਸਦ ਹੈ ਬਾਣੀ ਦਾ। ਤੇ ਆਨੰਦ ਸਾਹਿਬ ਦੀ ਬਾਣੀ ਤੇ ਸਫ਼ਰ ਹੀ ਮੈਂ ਅੱਗੇ ਬੇਨਤੀ ਕੀਤੀ ਸੀ, ਇਹ ਬਲੂ ਪ੍ਰਿੰਟ ਹੈ, ਸੱਚਖੰਡ ਦਾ ਨਕਸ਼ਾ ਹੈ। ਉੱਥੇ ਤੱਕ ਪਹੁੰਚਣ ਦਾ ਜ਼ਰੀਆ, ਉਹ ਸੱਚੇ ਆਨੰਦ ਨੂੰ ਪ੍ਰਾਪਤ ਕਰਨ ਦਾ ਜ਼ਰੀਆ ਹੈ। ਜਿਉ ਮੈਲੇ ਬਾਹਰੋਂ ਨਿਰਮਲ, ਅੰਦਰ ਜੋ ਹੈ ਉਹ ਅੰਦਰਲਾ ਅੰਤਿਸ਼ਕਰਨ ਕਿਵੇਂ ਸਾਫ਼ ਹੋਵੇ। ਬਾਹਰੋਂ ਨਿਰਮਲ ਜਿਉ ਤਾਂ ਮੈਲੇ, ਬਾਹਰੋਂ ਤੇ ਬਹੁਤ ਸਵੱਛ ਕੱਪੜੇ ਪਾ ਲਏ ਪਰ ਅੰਦਰ ਤੇ ਮੈਲ ਭਰੀ ਹੈ। ਤਿਨੀ ਜਨਮ ਜੂਏ ਹਾਰਿਆ। ਸਮਝ ਲਓ ਜੀਵਨ ਦਾ ਜੋ ਜਨਮ ਹੈ ਨਾ, ਮਨੁੱਖਾ ਜਨਮ ਇਤਨਾ ਔਖਾ ਮਿਲਿਆ। ਮਾਨਸ ਜਨਮ ਦੁਲੰਭ ਹੈ, ਬਾਣੀ ਕਹਿ ਰਹੀ ਹੈ, ਮਾਨਸ ਜਨਮ ਦੁਲੰਭ ਹੈ। ਹੋਏ ਨਾ ਬਾਰੰਬਾਰ, ਜੋ ਫਲ ਪਾ ਕੇ ਭੋਏ ਗਿਰੇ, ਬੋਹਰ ਨਾ ਲਾਗੇ ਡਰ। ਬਹੁਤ ਔਖਾ ਹੈ ਮਨੁੱਖ ਜਨਮ ਪ੍ਰਾਪਤ ਹੋਣਾ। ਤੇ ਜੇ ਹੋਇਆ ਹੈ ਤੇ ਮੂਲ ਮਕਸਦ ਤੇ ਇਹਦਾ ਇਹ ਸੀ ਕਿ ਇਸ ਜਨਮ ਵਿੱਚ ਉਸ ਪਾਰ ਬ੍ਰਹਮ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੇ, ਸੈਲਫ ਰਿਅਲਾਈਜ਼ੇਸ਼ਨ ਐਂਡ ਅਲਟੀਮੇਟ ਰਿਐਲਿਟੀ ਤੱਕ ਪਹੁੰਚ ਜਾਂਦੇ। ਪਰ ਉਹ ਮਾਰਗ ਤੇ ਚੱਲੇ ਹੀ ਨਹੀਂ। ਅਸੀਂ ਤੇ ਬਸ ਸੰਸਾਰ ਦੇ ਭੰਵਰ ਜਾਲ ਹੀ ਫਸੇ ਪਏ ਹਾਂ। ਤੇ ਐਸੇ ਵਿਅਕਤੀਆਂ ਬਾਰੇ ਗੁਰਦੇਵ ਕਹਿੰਦੇ ਨੇ, ਤੂੰ ਕਿਤਨੇ ਵੀ ਯਤਨ ਕਰ ਲੈ, ਤੂੰ ਜਿਹੜੇ ਯੋਗ ਸਾਧਨ ਲੋਕ ਕਰਦੇ ਨੇ ਜਾਂ ਤਪਸਵੀ ਲੋਕ ਅੱਗੇ ਕਰਦੇ ਸਨ ਜਾਂ ਹੁਣ ਵੀ ਕਰਦੇ ਨੇ, ਉਹ ਯੋਗ ਸਾਧਨਾ ਨਾਲ ਉਮਰ ਤੇ ਵੱਡੀ ਹੋ ਜਾਏਗੀ। ਪਰ ਜੋ ਯੋਗਾ ਹੈ, ਯੋਗਾ ਦਾ ਮਤਲਬ ਹੈ ਉਸ ਵਿੱਚ ਲੀਨਤਾ ਪਾ ਲੈਣੀ, ਇਹ ਅਲਟੀਮੇਟ ਗੋਲ ਹੈ। ਪਰ ਇੱਥੇ ਕੇਵਲ ਯੋਗ ਸਾਧਨ ਰਹਿ ਗਏ ਕਿ ਜੀ ਕਿਵੇਂ ਅਸੀਂ ਆਪਣੇ ਸਰੀਰ ਨੂੰ ਸਾਧ ਲਈਏ। ਇਹ ਪ੍ਰਾਣਾਯਾਮ ਦੇ ਜੋ ਢੰਗ ਹਨ, ਅਸ਼ਟਾਂਗ ਯੋਗ ਜਿਹਨੂੰ ਕਹਿੰਦੇ ਹਾਂ ਅਸੀਂ, ਇਹ ਖਾਲੀ ਸਰੀਰ ਦੀ ਅਵਸਥਾ ਹੈ। ਮਨ ਨੂੰ ਕਿਵੇਂ ਅਸੀਂ ਟਿਕਾਈਏ, ਉਹ ਅਵਸਥਾ ਬਾਣੀ ਦੱਸ ਰਹੀ ਹੈ, ਧਰਮ ਸ਼ਾਸਤਰ ਦੱਸ ਰਹੇ ਨੇ।
ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਵ ਤਾਂ ਮੈਲੇ। ਤੇ ਜੇ ਇਸ ਕਰਮ ਕਰਨਾ 'ਚ ਪਿਆ ਰਿਹਾ ਤੇ ਫਿਰ ਪਾਸ਼ਾ ਕਹਿੰਦੇ ਨੇ ਕੀ ਹੈ, ਉਮਰ ਵਧਾ ਲੇਗਾ ਕਿੰਨੀ ਕੁ, 4 ਜੁਗਾਂ ਜਿੰਨੀ ਉਮਰ। ਗੁਰੂ ਨਾਨਕ ਤੇ ਦੇ ਸਕਦੇ ਨੇ, ਹੋਏ ਨੇ ਐਸੇ ਤਪਸਵੀ 4 ਯੁੱਗ ਤੱਕ ਰਹੇ ਨੇ। ਜੋ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਨੇੜੇ ਸੰਤੋਖਸਰ ਸਰੋਵਰ ਹੈ, ਆਪਨੇ ਕਥਾ ਸੁਣੀ ਹੋਏਗੀ। ਉਹਦਾ ਨਾਂ ਹੀ ਸੰਤੋਖਸਰ ਇਸ ਲਈ ਪਿਆ ਕਿ ਉੱਥੇ ਇੱਕ ਰਿਸ਼ੀ ਤਪੱਸਿਆ 'ਚ ਬੈਠਾ ਸੀ। ਜਦੋਂ ਖੁਦਾਈ ਹੋ ਰਹੀ ਸੀ ਸਰੋਵਰ ਦੀ, ਉਹਦੇ ਵਿੱਚੋਂ ਸਰੀਰ ਨਿਕਲਿਆ ਰਿਸ਼ੀ ਦਾ। ਉਹਨੂੰ ਪੁੱਛਿਆ, ਗੁਰਦੇਵ ਜਾਨੀ ਜਾਨ ਸਨ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਉਹਨਾਂ ਨੇ ਕਿਹਾ ਇਸ ਦਾ ਮਿੱਟੀ ਲਾਓ, ਇਸ ਤੋਂ ਜਲ ਦਾ ਛੱਟਾ ਦਿਓ, ਇਸ਼ਨਾਨ ਕਰਾਓ ਤੇ ਫਿਰ ਸਾਹਮਣੇ ਲੈ ਕੇ ਆਓ। ਤੇ ਉਹਨੂੰ ਪੁੱਛਿਆ, ਹੋਸ਼ ਆਈ, ਉਹਨੂੰ ਪੁੱਛਿਆ, ਸਮਾਧੀ ਟੁੱਟੀ ਉਸਦੀ, ਕਿ ਕਦ ਦੇ ਬੈਠੇ ਹੋ? ਕਹਿਣ ਲੱਗਾ ਜੀ ਸਤਯੁਗ ਦਾ। ਹੁਣ ਸਤਯੁਗ ਤੋਂ ਲੈ ਕੇ ਕਲਯੁਗ ਤੱਕ ਕਿਤਨੀ ਉਮਰ ਹੋ ਗਈ? 4 ਯੁਗ ਹੋ ਗਏ। ਐਸੀ ਸਮਾਧੀ ਲੀਨ ਹੋਈ, ਸਵਾਸ ਦਸਮ ਦੀਵਾਰ ਤੇ ਟਿਕਾ ਲੇ, ਸਰੀਰ ਖੜਾ ਸੀ। ਫਿਰ ਪਾਤਸ਼ਾਹ ਨੇ ਉਸਨੂੰ ਮੁਕਤੀ ਦਿੱਤੀ ਆਪਣੀ ਮਿਹਰ ਨਿਗਾਹ ਕਰਕੇ। ਉਸ ਸਰੋਵਰ ਦਾ ਨਾਮ ਪਿਆ ਸੰਤੋਖਸਰ, ਰਿਸ਼ੀ ਸੰਤੋਖਾ ਰਿਸ਼ੀ ਨਾਮ ਸੀ ਉਸਦਾ। ਸੋਚੇ ਜੇ ਜੁਗ ਚਾਰੇ ਆਰ ਜਾ, 4 ਜੁਗਾਂ ਜਿੰਨੀ ਵੀ ਤੇਰੀ ਉਮਰ ਹੋ ਜਾਏ, ਹੋਰ ਦੱਸੂ ਨਹੀਂ, ਉਸ ਤੋਂ ਵੀ 10 ਗੁਣਾ ਹੋ ਜਾਏ। ਪਾਤਸ਼ਾਹ ਕਹਿੰਦੇ ਅਨੰਤ ਉਮਰ ਲੈ ਲੈ ਮੇਰੇ ਤੋਂ। ਨਵਾਂ ਖੰਡਾਂ ਵਿੱਚ ਤੂੰ ਕਹਿੰਦਾ ਥੋੜੇ ਲੋਕ ਮੇਰੇ ਫਾਲੋਵਰ ਹੋਣ, ਇਹੀ ਚਸਕਾ ਹੈ ਨਾ। 3 ਏਸ਼ਨਾ ਅੱਗੇ ਵੀ ਜ਼ਿਕਰ ਆਇਆ ਸੀ, 3 ਏਸ਼ਨਾ ਨੇ ਮਨੁੱਖ ਜੀਵਨ ਦੀਆਂ, ਪੁੱਤ ਏਸ਼ਨਾ, ਵਿੱਤ ਏਸ਼ਨਾ, ਲੋਕ ਏਸ਼ਨਾ। ਮੇਰੇ ਧੀਆਂ ਪੁੱਤਰ ਪਰਿਵਾਰ ਹੋਵੇ ਵੱਡਾ, ਮੇਰੇ ਪਾਸ ਵਿੱਤ ਭਾਵ ਧਨ ਬਹੁਤ ਹੋਵੇ, ਔਰ ਲੋਕ ਏਸ਼ਨਾ, ਲੋਕ ਮੈਨੂੰ ਵਾਹ ਕਰਨ। ਪਰ ਇਹ ਸਾਰੇ ਜਾਲ ਫਸਾ ਦਿੰਦੇ ਨੇ, ਅਖੀਰ ਇਹ ਬੰਧਨ ਦਾ ਕਾਰਨ ਬਣਦਾ। ਪਾਤਸ਼ਾਹ ਕਹਿੰਦੇ ਜੇ ਜੁਗ ਚਾਰੇ ਆਰ ਜਾ, ਹੋਰ ਦਸੂਨੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਈ। ਤੂੰ 9 ਖੰਡ ਪ੍ਰਿਥਵੀ ਦੇ ਲੋਕ ਤੇਰੇ ਮਗਰ ਹੋ ਤੁਰਨ। ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਈ, ਚੰਗਾ ਨਾਮ ਰਖਾਏ ਕਿ ਜਸ ਕੀਰਤ ਜਗਲੇ। ਤੇਰਾ ਨਾਮ ਹੀ ਬੜਾ ਸੋਹਣਾ ਹੋਵੇ ਤੇ ਕੀਰਤੀ ਵੀ ਤੇਰੀ ਸੰਸਾਰ ਵਿੱਚ ਬੜੀ ਹੁੰਦੀ ਹੋਵੇ, ਪਰ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ। ਜੇ ਤੇਰੀ ਤੇ ਮੇਰੇ ਨਿਗਾਹ ਉਸਦੀ ਨਹੀਂ ਹੋਈ ਨਾ, ਤੇ ਇੱਕ ਗੱਲ ਸਮਝ ਲੈ, ਤੇਰੀ ਉਸ ਲੋਕ ਵਿੱਚ ਕਿਸੇ ਬਾਤ ਹੀ ਨਹੀਂ ਪੁੱਛਣੀ, ਕਿਸੇ ਲਈ ਤਾਂ ਨਹੀਂ ਪੁੱਛਣਾ। ਸੰਸਾਰ ਦੀ ਵਾਹ ਸੰਸਾਰ ਤੱਕ ਹੈ, ਕਰਤਾਰ ਦੇ ਘਰ ਇਸ ਵਾਹ ਦਾ 2 ਕੋਡੀ ਮੁੱਲ ਵੀ ਨਹੀਂ। ਜਦ ਤੱਕ ਤੇਰਾ ਕਰਮ ਨਹੀਂ ਸਵਰਿਆ, ਤੇਰਾ ਅੰਤਸ਼ਕਰਨ ਨਿਰਮਲ ਨਹੀਂ ਹੋਇਆ। ਪਰ ਇਹ ਹੰਕਾਰ ਐਸਾ ਡੂੰਘਾ ਜੇ ਪਿਆਰੀ ਸਾਧ ਸੰਗਤ, ਇਹ ਪਿੱਛਾ ਛੱਡਦਾ ਹੀ ਨਹੀਂ। ਕਈ ਵਾਰੀ ਤਿਆਗ ਦਾ ਵੀ ਹੰਕਾਰ ਹੋ ਜਾਂਦਾ। ਮਹਾਂਪੁਰਸ਼ੀ ਕਥਾ ਸੁਣਾਉਂਦੇ ਸਨ, ਕਹਿੰਦੇ 2 ਮਿੱਤਰ ਸਨ, ਇਕੱਠੇ ਗੁਰੂਕੁਲ ਵਿੱਚ ਪੜ੍ਹੇ। ਇੱਕ ਰਾਜੇ ਦਾ ਪੁੱਤਰ ਸੀ, ਇੱਕ ਕਿਸੇ ਮਹਾਤਮਾ ਦਾ ਬੇਟਾ ਸੀ। ਸੋ ਉਹ ਭਗਤੀ ਮਾਰਗ ਤੇ ਲੱਗ ਗਿਆ। ਉਹ ਵੱਡਾ ਹੋ ਕੇ ਰਾਜ ਪ੍ਰਾਪਤ ਕਰਕੇ ਰਾਜ ਕਰਨ ਲੱਗਾ। ਕੁਝ ਸਮੇਂ ਬਾਅਦ ਐਸਾ ਹੋਇਆ ਕਿ ਉਹ ਸੁਨੇਹਾ ਆਇਆ ਬਈ ਉਹ ਤਪਸਵੀ ਤੇਰਾ ਜੋ ਮਿੱਤਰ ਹੈ ਪੁਰਾਣਾ, ਉਹ ਤੈਨੂੰ ਮਿਲਣ ਆ ਰਿਹਾ ਹੈ। ਰਾਜਾ ਬੜਾ ਖੁਸ਼ ਹੋਇਆ। ਉਸਨੇ ਸਾਰੇ ਸ਼ਹਿਰ ਵਿੱਚ ਸਫਾਈਆਂ ਕਰਾ ਦਿੱਤੀਆਂ, ਫੁੱਲ ਲਵਾ ਦਿੱਤੇ, ਦੂਰ ਦੂਰ ਤੱਕ ਗਲੀਚੇ ਵਿਛਾ ਦਿੱਤੇ, ਸੋਹਣੇ ਅਡੰਬਰ ਕੀਤੇ। ਸ਼ਹਿਰ ਦੇ ਬਾਹਰ ਤੱਕ, ਕਿਲੇ ਦੇ ਦਰਵਾਜ਼ੇ ਤੱਕ ਤੋਂ ਲੈ ਕੇ ਅੰਦਰ ਤੱਕ ਫੁੱਲ ਵਰਖਾ ਹੀ ਫੁੱਲ ਵਰਖਾ ਹੋ ਰਹੀ ਹੈ। ਤੇ ਇਹ ਜੋ ਫਕੀਰ ਸੀ, ਜੋ ਤਪਸਵੀ ਸੀ, ਇਹਦੇ ਸੇਵਕਾਂ ਨੇ ਦੱਸਿਆ, ਮਹਾਰਾਜ ਉਹ ਤੇ ਬੜਾ ਤੁਹਾਡਾ ਸਵਾਗਤ ਦੀਆਂ ਬੜੀਆਂ ਤਿਆਰੀਆਂ ਕਰ ਰਿਹਾ, ਲੱਗਦਾ ਤੁਹਾਡੇ ਤੇ ਪ੍ਰਭਾਵ ਪਾਉਣਾ ਚਾਹੁੰਦਾ ਆਪਣੇ ਰਾਜ ਦਾ। ਉਸਨੇ ਕਿਹਾ ਚਲੋ ਕੋਈ ਗੱਲ ਨਹੀਂ। ਇਸਨੇ ਆਪਣੇ ਸਾਰੇ ਸਰੀਰ ਤੇ ਕਿਚੜ ਮਲ ਲਿਆ, ਗਾਰਾ ਮਲ ਲਿਆ। ਹੁਣ ਤੁਰਿਆ ਆਵੇ, ਰਸਤੇ 'ਚ ਫੁੱਲ ਵਰਖਾ ਹੋਈ, ਰਾਜ ਦਰਬਾਰ ਵਿੱਚ ਪਹੁੰਚਿਆ। ਰਾਜਾ ਬੜਾ ਹੈਰਾਨ, ਇਤਨੀ ਸਫਾਈ ਸੀ ਰਸਤੇ ਵਿੱਚ, ਇਹ ਕਿਚੜ ਕਿੱਥੋਂ ਲੱਗ ਗਿਆ? ਸਾਰੇ ਗਲੀਚੇ ਗੰਦੇ ਹੋ ਗਏ। ਲੋਕੀ ਵੀ ਬੜੇ ਹੈਰਾਨ, ਪਰ ਚਲੋ ਉਹਦਾ ਆਦਰ ਸਤਿਕਾਰ ਜੋ ਸਵਾਗਤ ਕੀਤਾ। ਉਸ ਤੋਂ ਬਾਅਦ
ਵੱਖਰੇ ਕਮਰੇ 'ਚ ਆਪਸ ਵਿੱਚ ਮਿਲਣ ਲਈ ਬੈਠੇ ਦੋਨੋਂ ਮਿੱਤਰ ਪੁਰਾਣੀਆਂ ਗੱਲਾਂ ਯਾਦ ਕਰਦੇ ਤੇ ਸੁਭਾਵਿਕ ਰਾਜੇ ਨੇ ਪੁੱਛਿਆ ਵੀ ਮੈਨੂੰ ਸਮਝ ਨਹੀਂ ਆਈ, ਇਤਨਾ ਸਫਾਈ ਮੈਂ ਨਗਰ ਦੀ ਕਰਾਈ, ਇਤਨੇ ਗਲੀਚੇ ਕਾਰਪੇਟ ਵਿਛਾਏ, ਇਹ ਕਿਚੜ ਕਿੱਥੋਂ ਤੈਨੂੰ ਲੱਗ ਗਿਆ ਸਾਰਾ, ਇੰਨਾ ਤੂੰ ਕਿਚੜ 'ਚ ਭਰਿਆ ਪਿਆ। ਫਕੀਰ ਜੋ ਤਪਸਵੀ ਸੀ ਹੱਸ ਕੇ ਕਹਿਣ ਲੱਗਾ, ਫਕੀਰ ਤੇ ਕਹਿਣਾ ਠੀਕ ਨਹੀਂ, ਫਕੀਰ ਦੀ ਅਵਸਥਾ ਤੇ ਕੁਝ ਹੋਰ ਹੁੰਦੀ ਹੈ, ਪਰ ਉਹ ਜੋ ਵਿਅਕਤੀ ਸੀ ਜੋ ਤਪੱਸਿਆ ਦਾ, ਜਿਸ ਨੂੰ ਹੰਕਾਰ ਸੀ, ਕਹਿਣ ਲੱਗਾ ਮੈਨੂੰ ਪਤਾ ਲੱਗਾ ਵੀ ਤੂੰ ਰਾਜਾ ਹੈ ਤੇ ਆਪਣੇ ਰਾਜ ਅਡੰਬਰ ਦਾ ਮੇਰੇ ਤੇ ਪ੍ਰਭਾਵ ਪਾਉਣਾ ਚਾਹੁੰਦਾ, ਤੇ ਮੈਂ ਸੋਚਿਆ ਕਿ ਜੇ ਤੂੰ ਮੇਰੇ ਤੇ ਰਾਜ ਅਡੰਬਰ ਦਾ ਪ੍ਰਭਾਵ ਪਾਉਣਾ ਚਾਹੁੰਦਾ ਆਪਣੀ ਪ੍ਰਭਤਾ ਦਾ, ਤੇ ਮੈਂ ਵੀ ਆਪਣੀ ਫਕੀਰੀ ਦਾ ਪ੍ਰਭਾਵ ਤੇਰੇ ਤੇ ਪਾਵਾਂ, ਮੈਂ ਕਿਚੜ ਮਲ ਲਿਆ। ਰਾਜਾ ਬਹੁਤ ਹੱਸਿਆ, ਉਹਨੂੰ ਗੱਲ ਨਾਲ ਲਾ ਲਿਆ, ਕਹਿੰਦਾ ਵਾਹ ਮਿੱਤਰਾ, ਮੈਂ ਸਮਝਿਆ ਸੀ ਤੂੰ ਬੜਾ ਉੱਚਾ ਪਹੁੰਚ ਗਿਆ, ਰੱਬ ਤੱਕ ਪਹੁੰਚ ਗਿਆ ਹੋਏਗਾ, ਪਰ ਮੈਨੂੰ ਲੱਗਾ ਕਿ ਇਸੇ ਦੋਨੋਂ ਇੱਕੋ ਹੀ ਥਾਂ ਖੜੇ ਆ, ਮੈਨੂੰ ਰਾਜ ਹੰਕਾਰ ਤੇ ਤੈਨੂੰ ਫਕੀਰੀ ਦਾ ਹੰਕਾਰ, ਦੋਨੋਂ ਫਸੇ ਤੇ ਹੰਕਾਰ ਹੀ ਹਨ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਤਿਆਗ ਦਾ ਵੀ ਹੰਕਾਰ ਹੁੰਦਾ ਜੀ, ਔਰ ਬੜਾ ਗਹਿਰਾ ਹੰਕਾਰ ਜੇ ਤਿਆਗ ਦਾ, ਇਸ ਤੋਂ ਬਚਣਾ ਬੜਾ ਔਖਾ ਹੈ। ਪ੍ਰਭਤਾ ਦਾ ਹੰਕਾਰ, ਮੇਰੇ ਇੰਨੇ ਚੇਲੇ, ਮੇਰੇ ਇੰਨੀ ਫੈਨ ਫੋਲੋਇੰਗ। ਕਦੀ ਦੇਖੋ ਅੱਜ ਦੀ ਦੁਨੀਆ ਵਿੱਚ ਬੜੇ ਬੜੇ ਅਡੰਬਰ ਕਰਦੇ ਨੇ ਸਾਧੂ, ਕਿਤੇ ਜਾਂਦੇ ਨੇ ਪਿੱਛੇ ਮਗਰ ਕਾਫਲਿਆਂ ਦੇ ਕਾਫਲੇ, ਇੱਕ ਦੂਜੇ ਦੀ ਰੇਸ ਲੱਗੀ ਹੈ ਕਿ ਮੇਰੀ ਗੱਡੀ ਵੱਡੀ ਕਿ ਤੇਰੀ ਗੱਡੀ ਵੱਡੀ। ਉਹ ਤਿਆਗ ਕਿੱਥੇ ਹੋਇਆ? ਤਿਆਗ ਦੇ ਕੋਈ ਬਿਰਲਾ ਹੀ ਹੈ। ਬਾਬਾ ਆਨੰਦ ਸਿੰਘ ਸਾਹਿਬ ਦੇ ਜੀਵਨ ਦੀ ਘਟਨਾ ਹੈ। ਇੱਕ ਵਿਅਕਤੀ ਬੜੀ ਸ਼ਰਧਾ ਨਾਲ ਆਇਆ ਬਾਬਾ ਜੀ ਕੋਲ ਕਿ ਬੜੇ ਤਪਸਵੀ ਮਹਾਂਪੁਰਸ਼ ਨੇ, ਚੱਲ ਕੇ ਦਰਸ਼ਨ ਕਰੀਏ। ਤੇ ਉਸ ਤੋਂ ਪਹਿਲੇ ਵਾਰੀ ਸਿਰ ਇਹਦੀ ਵਾਰੀ ਅਜੇ ਦੂਰ ਸੀ ਦਰਸ਼ਨਾਂ ਦੀ। ਇਹਨੇ ਦੇਖਿਆ ਇੱਕ ਅਮੀਰ ਆਦਮੀ ਅੱਗੇ ਬੈਠਾ ਹੈ, ਉਸਨੇ ਬੜਾ ਪਸ਼ਮੀਨੇ ਦਾ ਸੁੰਦਰ ਚੋਲਾ ਮਹਾਂਪੁਰਸ਼ਾਂ ਨੂੰ ਗਿਫਟ ਭੇਂਟ ਕੀਤਾ। ਕਹਿਣ ਲੱਗਾ ਮਹਾਂਪੁਰਸ਼ ਜੀ ਅੰਗੀਕਾਰ ਕਰੋ। ਮਹਾਂਪੁਰਸ਼ ਸਹਿਜ ਸੁਭਾਏ ਉਸਨੂੰ ਸਵੀਕਾਰ ਕਰਕੇ ਆਪਣੇ ਸਰੀਰ ਨੂੰ ਤੇ ਪਾ ਲਿਆ। ਜੋ ਵੀ ਸੀ, ਸ਼ਾਲ ਸੀ ਜਾਂ ਕੰਬਲ ਸੀ ਜਾਂ ਚੋਲਾ ਸੀ, ਚੋਲੇ ਉੱਤੇ ਹੀ ਪਾ ਲਿਆ। ਹੁਣ ਜਦੋਂ ਇਹਦੀ ਵਾਰੀ ਆਈ ਤੇ ਇਹਨੇ ਦੇਖਿਆ ਵੀ ਦੇਖੋ, ਮੈਂ ਤਾਂ ਸੁਣਿਆ ਸੀ ਤਿਆਗੀ ਨੇ, ਇਹ ਤੇ ਇੰਨਾ ਬੇਸ਼ਕੀਮਤੀ ਪਸ਼ਮੀਨੇ ਦਾ ਚੋਲਾ ਇੰਝ ਇਹਨਾਂ ਨੇ ਪਾ ਲਿਆ ਜਿਵੇਂ ਸੰਸਾਰੀ ਕੋਈ ਹੁੰਦਾ। ਬਾਬਾ ਆਨੰਦ ਸਿੰਘ ਜੀ ਕਰਨੀ ਵਾਲੇ ਮਹਾਂਪੁਰਸ਼ ਸਨ। ਉਹਨਾਂ ਨੇ ਇਹਦੇ ਅੱਖਾਂ ਦੇਖੀਆਂ, ਭਾਂਪ ਗਏ। ਸੇਵਕ ਨੂੰ ਆਵਾਜ਼ ਦਿੱਤੀ, ਭਾਈ ਇੱਕ ਮਾਚਿਸ ਲਿਆਓ। ਲਿਆਂਦੀ ਮਾਚਿਸ, ਚੋਲਾ ਲਾ ਕੇ ਪਰੇ ਸੁੱਟ ਦਿੱਤਾ। ਕਹਿਣ ਲੱਗੇ ਅੱਗ ਲਾ ਦੇ ਇਹਨੂੰ। ਸੇਵਕ ਨੇ ਅੱਗ ਲਾ ਦਿੱਤੀ। ਇਹ ਬੜਾ ਹੈਰਾਨ ਹੋਇਆ ਕਿ ਉਹਨੇ ਇੰਨਾ ਕੀਮਤੀ ਚੋਲਾ ਅੱਗ 'ਚ ਬਾਲ ਦਿੱਤਾ। ਮਹਾਂਪੁਰਸ਼ ਕਹਿਣ ਲੱਗੇ ਤੇਰੇ ਮਨ 'ਚ ਸ਼ੰਕਾ ਸੀ ਨਾ, ਉਹ ਮਿਟਾਣੀ ਸੀ। ਸਾਧੂ ਨੂੰ ਕੋਈ ਕੰਚਨ ਮਾਟੀ ਮਾਨੇ, ਸੋਨਾ ਤੇ ਮਿੱਟੀ ਇੱਕ ਬਰਾਬਰ ਹੈ। ਉਹ ਪਿਆਰ ਨਾਲ ਲਿਆਇਆ, ਅਸੀਂ ਪਾ ਲਿਆ। ਸਾਡਾ ਕੋਈ ਮੋਹ ਨਹੀਂ ਕਿ ਇਹਦੇ ਬਿਨਾਂ ਸਾਡਾ ਕੰਮ ਨਹੀਂ ਸਰਦਾ। ਅਸੀਂ ਤਾਂ ਆਪਣੀ ਉਸ ਪਰਮੇਸ਼ਰ ਦੀ ਰਜ਼ਾ ਵਿੱਚ ਰਾਜੀ ਹਾਂ। ਜਿਉਂ ਰਾਖੇ ਤਿਉਂ ਰਹੀਏ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਜਿਉਂ ਰਾਖੇ ਤਿਉਂ ਰਹੀਏ। ਜਿਵੇਂ ਤੂੰ ਰੱਖਣਾ ਮਾਲਿਕ, ਅਸੀਂ ਉਹਦੇ 'ਚ ਖੁਸ਼ ਹਾਂ। ਪਿਆਰੀ ਸਾਧ ਸੰਗਤ, ਪਾਤਸ਼ਾਹ ਕਿਰਪਾ ਕਰਦੇ ਹਨ। ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤੇ ਨਹੀਂ ਜਨਮ ਜੂਏ ਹਾਰਿਆ। ਜੇ ਅੰਦਰ ਦੀ ਮੈਲ ਨਹੀਂ ਧੁਲੀ ਨਾ, ਤੇ ਜੀਵਨ ਰੂਪੀ ਜਨਮ ਜੋ ਹੈ ਇਹ ਜੂਏ ਸਮਝੋ ਹਾਰ ਕੇ ਚੱਲੇ ਆ। ਆਸਾ ਦੀ ਵਾਰ ਦੀ ਪੰਕਤੀ ਆਉਂਦੀ ਹੈ ਨਾ, ਜਿਤ ਸਾਹਿਬ ਨਾਲ ਨਾ ਹਾਰੀ, ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਢਾਲੀਏ, ਕੁਝ ਲਾਹੇ ਉੱਪਰ ਕਾਲੀਏ। ਤੇਰੀ ਔਰ ਤੇਰੇ ਮਾਲਕ ਦੇ ਵਿਚਕਾਰ ਇੱਕ ਬਾਜੀ ਵਿੱਚ ਹੀ ਹੈ। ਇਹੋ ਜਿਹੀ ਖੇਡ ਬਾਜੀ ਚੱਲ ਕਿ ਮਾਲਕ ਅੱਗੇ ਹਾਰਨਾ ਨਾ ਪਵੇ। ਭਾਵ ਕੀ ਆਸਾ ਦੀ ਵਾਰ ਦੀ ਪੰਕਤੀ ਹੈ। ਜਿਤ ਕੀਤਾ ਪਾਈ ਆਪਣਾ ਸਭ ਘਾਲ ਬੁਰੀ ਕਿਉਂ ਕਾਲੀ, ਮੰਦਾ ਮੂਲ ਨਾ ਕੀ ਚਾਹੀਏ ਦੇ ਲੰਮੀ ਨਜ਼ਰ ਨਿਹਾਲੀਏ, ਕਿਛ ਲਾਹੇ ਉੱਪਰ ਕਾਲੀ। ਕੁਝ ਖੱਟਣ ਦੀ ਗੱਲ ਕਰ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ, ਸਭ ਮੁਕਦੀ ਚੱਲੀ ਰਹਿਣ। ਇਹ ਜੀਵਨ ਰੂਪੀ ਰਹਿਣ 4 ਪਹਿਰ ਰਾਤਰੀ ਤੈਨੂੰ ਮਿਲੀ ਹੈ। ਬਸ
पहली गर्भ अवस्था ही बीत गई, दूजी बालपन, तीजा जवानी तो चौथा बड़ेपा ते बस छुट्टी। एक शायर ने बहुत खूब किया है, ये दुनिया अजब सराय फानी देखी, हर चीज़ यहाँ की आनी जानी देखी, जो आके ना जाए वो बुढ़ापा देखा, जो जाके ना आए वो जवानी देखी। सो अपने आप ਨੂੰ ਉੱਥੇ ਪਾਸ਼ਾ ਕਹਿੰਦੇ ਤੇਰੀ ਜਨਮ ਜੂਏ ਹਾਰਿਆ। ਜੀਵਨ ਰੂਪੀ ਜਨਮ ਜੋ ਹੈ ਆਪਣਾ ਮਨੁੱਖ ਜੀਵਨ ਤੂੰ ਜੂਏ 'ਚ ਹਾਰ ਕੇ ਚਲਿਆ ਹੈ। ਇਹ ਤਿਸਨਾ ਵੱਡਾ ਰੋਗ ਲੱਗਾ। ਇਹ ਹਾਰਿਆ ਕਿਉਂ? ਕਿ ਵੱਡਾ ਰੋਗ ਜਿਹੜਾ ਤ੍ਰਿਸ਼ਨਾ ਦਾ ਹੈ ਨਾ, ਇੱਛਾਵਾਂ ਦਾ, ਇੱਕ ਇੱਛਾ ਪੂਰੀ ਨਹੀਂ ਹੁੰਦੀ, ਚਾਰ ਹੋਰ ਜੰਮ ਪੈਂਦੀਆਂ ਨੇ। ਮਨ ਕਿੱਥੋਂ ਟਿਕੇ? ਜੇ ਮਨ ਨਹੀਂ ਟਿਕਿਆ, ਮਨ ਮੈਲੇ ਤਾਂ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਤੇ ਹੁਣ ਮੌਤ ਤੇ ਭੁੱਲ ਹੀ ਗਏ। ਜਿਹਨਾਂ ਨੂੰ ਆਸ਼ਾ ਤ੍ਰਿਸ਼ਨਾ ਹੈ, ਫਿਰ ਉਹ ਮੌਤ ਕਿੱਥੇ ਯਾਦ ਰਹਿੰਦੀ ਹੈ? ਮੈਂ ਨਾ ਮਰੂ, ਮੈਨੂੰ ਆਪਣੀ ਮੌਤ ਥੋੜ੍ਹੀ ਯਾਦ, ਦੂਜੇ ਦੀ ਗੱਲ ਕਰ ਰਹੇ ਅਸੀਂ, ਦੂਜੇ ਦੀ ਮੌਤ ਪਤਾ। ਵੇਦਾਂ ਮਹਿ ਨਾਮ ਉੱਤਮ ਸੋ ਸੁਨੇ ਨਾਹੀ। ਜੋ ਵੇਦਾਂ ਗ੍ਰੰਥਾਂ ਵਿੱਚ, ਪੁਰਾਤਨ ਉਪਨਿਸ਼ਦਾਂ ਵਿੱਚ ਜੋ ਪ੍ਰਮਾਤਮਾ ਦਾ ਨਾਮ ਸਭ ਤੋਂ ਉੱਤਮ ਦਾਤ इस कलयुग विच, कलयुग में एक नाम बो बो बो, अब कलू आयो रे एक नाम बो बो बो। वेद भी कहते ने, शास्त्र भी कहते ने, धन गुरु ग्रंथ साहब की बाणी भी पुकार पुकार के कह रही है। गुरुदेव बार बार कहते नाम, वेदा में नाम उत्तम सो सुने ना ही, फिरे जो बेतालिया। वो नाम के नाल तो जुड़िया ही नहीं। तेरी तो हालत है कि भूतां प्रेतां वांग जो भूत प्रेत भटकते हैं, तू भी माया के दौड़ च कदी इधर भटकना, कदी उधर भटकना, कदी शांति तेरे मन में आई नहीं। लख खटे सहज खटे लख कोट दावे, त्रिपत ना आवे माया पाछे पावे। दौड़िया फिरना कहे नानक जिन सच तजिया। इस तरह ते फिर परमात्मा रूपी सच नूं तू त्याग के कूड़े लागे झूठे संसार नूं जो रहन वाला नहीं है। तुम भी थिर नहीं रहना तो संसार भी थिर नहीं रहना। ये लोकाचारी है, वाह वाह भी थिर नहीं रहनी। कूड़े लागे, ये झूठ है, कूड़ भाव झूठ है, तिनी जन्म जुए हारिया। फिर ऐसे व्यक्ति ने अपना जीवन जन्म जो है मनुष्य जन्म जुए समझ लो हार देता है, वो हार के जा रहा है। अगली पौड़ी गुरुदेव कृपा करते हैं, जियो निर्मल बाहरों निर्मल। तो कैसे ने ਜਿਹੜੇ ਅੰਦਰੋਂ ਵੀ ਬੜੀ ਨਿਮਰਤਾ ਉਹਨਾਂ ਦੇ ਅੰਦਰ, ਬਹੁਤ ਸਫਾਈ ਹੈ। ਅੰਤਸ਼ਕਰਨ 'ਚ ਕੋਈ ਬਾਕੀ ਭੁੱਖ ਨਹੀਂ ਰਹਿ ਗਈ, ਕੋਈ ਲੋਭ ਲਾਲਚ ਨਹੀਂ ਰਹਿ ਗਿਆ। ਸਮਦ੍ਰਿਸ਼ਟ ਹੋ ਗਏ ਨੇ। ਨਾ ਕੋ ਮੇਰਾ ਦੁਸ਼ਮਨ ਰਿਹਾ, ਨਾ ਹਮ ਕਿਸਕੇ ਬਹਿਰਾਈ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਉਸਤਤ ਨਿੰਦਾ ਦੋ ਤਿਆਗੇ, ਖੋਜੇ ਪਦ ਨਿਰਬਾਨਾ, ਜਨ ਨਾਨਕ ਕੀ ਖੇਡ ਕਠਿਨ ਹੈ, ਕਿਨਹੂ ਗੁਰਮੁਖ ਜਾਣਾ। ਇਹ ਗੁਰਮੁਖ ਹੋ ਕੇ ਅਵਸਥਾ ਪ੍ਰਾਪਤ ਹੁੰਦੀ ਹੈ। ਪਾਤਸ਼ਾਹ ਕਹਿੰਦੇ ਨੇ ਕਿ ਨਾ ਕਿਸੇ ਦੀ ਉਸਤਤੀ 'ਚ ਨੇ ਤੇ ਨਾ ਕਿਸੇ ਦੀ ਨਿੰਦਾ 'ਚ ਨੇ। ਜੀਓ ਨਿਰਮਲ, ਕਿਉਂਕਿ ਅੰਦਰੋਂ ਨਿਰਮਲ ਨੇ ਉਹ, ਬਾਹਰੋਂ ਨਿਰਮਲ, ਬਾਹਰੋਂ ਵੀ ਨਿਰਮਲ ਨੇ। ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ। ਇਹ ਪ੍ਰਾਪਤੀ ਉਹਨਾਂ ਕਿਵੇਂ ਪਾਈ? ਸਤਿਗੁਰ ਤੋਂ ਉਪਦੇਸ਼ ਲੈ ਕੇ ਇਹ ਨਾਮ ਦੀ ਕਮਾਈ ਦੁਆਰਾ ਅੰਤਿਸ਼ਕਰਨ ਦੀ ਮੈਲ ਧੋ ਦਿੱਤੀ। ਕੂੜ ਕੀ ਸੋਏ ਪਹੁੰਚੇ ਨਾਹੀ, ਮਨਸਾ ਸੱਚ ਸਮਾਨੀ। ਉਹਨਾਂ ਦੇ ਨੇੜੇ ਵੀ ਸੰਸਾਰ ਦੀ ਝੂਠ ਅਡੰਬਰ ਕਿਨਕਾ ਮਾਤਰ ਵੀ ਉਹਨਾਂ ਦੇ ਨੇੜੇ ਹੀ ਨਹੀਂ ਜਾਂਦਾ। ਨਾਟ ਐਨ ਆਇਟੋ ਆਫ ਫਾਲਸਹੁਡ, ਕਿਤੇ ਨੇੜੇ ਵੀ ਨਹੀਂ ਢੁਕਦਾ ਕੂੜ ਉਹਨਾਂ ਦੇ। ਕੂੜ ਕੀ ਸੋਏ ਪਹੁੰਚੇ ਨਾ ਹੀ, ਸੰਸਾਰ 'ਚ ਉਹਨਾਂ ਦਾ ਕੋਈ ਮੋਹ ਨਹੀਂ। ਸੰਸਾਰ ਹੀ ਵਿਚਰ ਰਹੇ ਨੇ ਸਹਿਜ 'ਚ। ਜੋ ਹੋਆ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਬਚਾਣੇ। ਬੜੇ ਆਨੰਦ ਵਿੱਚ ਆਪਣੇ ਵਿਚਰੇ ਨੇ। ਕੁਛ ਵੀ ਸੰਸਾਰ ਵਿੱਚ ਹੋ ਰਿਹਾ ਹੈ ਦੇਖ ਕੇ ਅਣਦੇਖਾ ਕਰ ਦਿੰਦੇ ਨੇ। ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਉਹ ਸਤਿਗੁਰ ਤੋਂ ਉਪਦੇਸ਼ ਲੈ ਕੇ ਉਹ ਕਮਾਈ ਕੀਤੀ ਕਿ ਸੰਸਾਰ ਦੀ ਜੋ ਮਿਟ ਜਾਣ ਵਾਲਾ ਹੈ ਉਹਦੀ ਸੱਚਾਈ ਸਾਹਮਣੇ ਆ ਗਈ। ਇਹਨਾਂ ਨੇ ਪ੍ਰਭੂ ਦੀ ਟੇਕ ਲੈ ਲਈ, ਸੰਸਾਰ ਦੇ ਮਾਇਆ ਤੋਂ ਉੱਚੇ ਉੱਠ ਗਏ। ਕੂੜ ਕੀ ਸੋਏ ਪਹੁੰਚੇ ਨਾਹੀ, ਤੇ ਹੁਣ ਝੂਠ ਉਹਨਾਂ ਦੇ ਨੇੜੇ ਵੀ ਨਹੀਂ ਪਹੁੰਚਦਾ। ਭਾਵ ਸੰਸਾਰ ਕਿਸੇ ਰੂਪ ਵਿੱਚ ਵੀ, ਮਾਇਆ ਕਿਸੇ ਰੂਪ ਵਿੱਚ ਵੀ ਉਹਨਾਂ 'ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਕੂੜ ਕੀ ਸੋਏ ਭਾਵ ਕਿਨਕਾ ਮਾਤਰ ਵੀ ਇਹ ਮਾਇਆ ਝੂਠੇ ਸੰਸਾਰ ਦੀ ਮੋਹ ਮਾਇਆ ਝੂਠੇ ਸੰਸਾਰ ਦੀ ਵਾਵਾ
ਉਹਨਾਂ ਨੂੰ ਛੂ ਮਾਤਰ ਨਹੀਂ ਪਾਉਂਦੀ। ਮਨਸਾ ਸੱਚ ਸਮਾਨੀ, ਕਿਉਂਕਿ ਉਹਨਾਂ ਦਾ ਮਨ ਜੋ ਹੈ, ਉਹਨਾਂ ਦਾ ਅੰਤਸ਼ਕਰਨ ਜੋ ਹੈ, ਉਹ ਸੱਚ ਭਾਵ ਪ੍ਰਭੂ ਵਿੱਚ ਲੀਨ ਹੋ ਗਿਆ ਹੈ। ਜਨਮ ਰਤਨ ਜਿਨੀ ਖਟਿਆ ਭਲੇ ਸੇ ਵਣਜਾਰੇ। ਪਾਤਸ਼ਾਹ ਕਹਿੰਦੇ ਨੇ ਇਹ ਸਮਝ ਲਓ, ਇਹ ਜਨਮ ਦਾ ਹੀਰਾ, ਮਨੁੱਖਾ ਜੋ ਰੂਪੀ ਜਨਮ ਦਾ ਜੋ ਤਤਸਾਰ ਸੀ ਹੀਰਾ, ਉਹ ਜੋ ਪ੍ਰਾਪਤ ਕਰਨਾ ਸੀ, ਜਿਸ ਵਖਰ ਕੋ ਲੈਣ ਤੋਂ ਆਇਆ, ਜਿਸ ਵਸਤੂ ਦੀ ਪ੍ਰਾਪਤੀ ਲਈ ਇਹ ਮਨੁੱਖ ਜੀਵਨ ਮਿਲਿਆ ਸੀ, ਉਹ ਰਤਨ, ਉਹ ਜਵਾਹਰ ਉਹਨਾਂ ਨੇ ਖੱਟ ਲਿਆ। ਜਨਮ ਰਤਨ ਜਿਨੀ ਖਟਿਆ ਭਲੇ ਸੇ ਵਣਜਾਰੇ, ਉਹ ਸੱਚੇ ਵਪਾਰੀ ਨੇ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਲਾਵੇ ਅਮੁੱਲ ਲੈ ਜਾਏ, ਅਮੁੱਲ ਭਾਏ ਅਮੁੱਲਾ ਸਮਾਏ। ਉਹਨਾਂ ਦਾ ਜੀਵਨ ਵਿੱਚ ਆਉਣਾ, ਸੰਸਾਰ 'ਚ ਆਉਣਾ ਵੀ ਅਮੁੱਲ, ਉਹਨਾਂ ਦੇ ਕਿਰਤ ਵੀ ਅਮੁੱਲ, ਅਤੇ ਉਹਨਾਂ ਨੇ ਜਿਹੜੀ ਪ੍ਰਾਪਤੀ ਕੀਤੀ ਹੈ ਉਹ ਵੀ ਅਮੁੱਲ। ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਵਿੱਚ ਐਸੇ ਮਹਾਂਪੁਰਸ਼ਾਂ ਲਈ ਕਹਿ ਰਹੇ ਹਨ, ਜਨਮ ਰਤਨ ਜਿਨੀ ਖਟਿਆ ਭਲੇ ਸੇ ਵਣਜਾਰੇ, ਉਹ ਵਣਜਾਰੇ ਵਪਾਰੀ ਭਲੇ ਹਨ। ਕਿਨਹੀ ਵਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਵਣਜਿਆ ਨਾਮ ਗੋਬਿੰਦ ਕਾ, ਇਹਾ ਖੇਪ ਹਮਾਰੀ ਹਰ ਕੇ ਨਾਮ, ਇਹਾ ਖੇਪ ਹਮਾਰੀ ਹਰ ਕੇ ਨਾਮ ਕੇ ਵਪਾਰੀ। ਉਹ ਨਾਮ ਦੇ ਵਪਾਰੀ ਨੇ, ਹੋਰ ਕਿਸੇ ਧਨ ਦੀ ਉਹਨਾਂ ਨੂੰ ਇੱਛਾ ਨਹੀਂ। ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ। ਪਾਤਸ਼ਾਹ ਕਹਿੰਦੇ ਨੇ ਉਹਨਾਂ ਦਾ ਜਿਹਨਾਂ ਦਾ ਮਨ ਨਿਰਮਲ ਹੋ ਗਿਆ ਨਾ, ਉਹ ਸਦਾ ਹੀ ਗੁਰੂ ਚਰਨਾਂ ਵਿੱਚ ਲੀਨ ਰਹਿੰਦੇ ਨੇ। ਉਹ ਫਿਰ ਸੰਸਾਰ ਵਿੱਚ ਵਿਚਰਦੇ ਹੋਏ ਵੀ ਸੰਸਾਰ ਤੋਂ ਉਪਰਾਮ ਨੇ। ਸੰਸਾਰ ਦੀ ਮਾਇਆ ਉਹਨਾਂ ਨੂੰ ਫਿਰ ਭਗਤਾਂ ਨੂੰ ਟੱਚ ਨਹੀਂ ਕਰ ਸਕਦੀ। ਹੋਂ ਬਲਿਹਾਰੀ ਸਤਿਗੁਰ ਆਪਣੇ ਜਿਨੇ ਚਲਤ ਦਿਖਾਇਆ, ਗੁੱਜੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੇ ਮਾਇਆ। ਇਹ ਚਲਤ ਪਰਮਾਤਮਾ ਦੀ ਗੁਰਦੇਵ ਕਹਿ ਰਹੇ ਨੇ, ਐਸਾ ਚਲਤ ਚਲਾਇਆ ਕਿ ਸੰਸਾਰ ਤੇ ਤ੍ਰਿਸ਼ਨਾ ਦੀ ਅੱਗ ਵਿੱਚ ਇੱਕ ਗੁੱਜੀ ਅੱਗ ਹੈ, ਦਿਖਾਈ ਨਹੀਂ ਦੇ ਰਹੀ, ਪਰ ਅੰਦਰੋਂ ਅੰਦਰੋਂ ਸਾੜ ਰਹੀ ਹੈ ਇਨਸਾਨ ਨੂੰ। ਪਰ ਭਗਤ ਜੋ ਹਨ, ਜਿਹੜੇ ਜੁੜ ਗਏ ਹਨ, ਉਹਨਾਂ ਨੂੰ ਵਿਆਪ ਨਹੀਂ ਸਕਦੀ ਮਾਇਆ। ਕਹੇ ਨਾਨਕ ਜਿਨ ਮਨ ਨਿਰਮਲ, ਜਿਨ੍ਹਾਂ ਦਾ ਅੰਤਸ਼ਕਰ ਨਿਰਮਲ ਹੋ ਗਿਆ, ਸਦਾ ਰਹੇ ਗੁਰ ਨਾਲੇ। ਉਹ ਸਦਾ ਹੀ ਗੁਰੂ ਚਰਨਾਂ ਵਿੱਚ, ਭਾਵ ਗੁਰੂ ਦੇ ਨਾਮ ਰੂਪੀ ਚਰਨਾਂ ਵਿੱਚ ਲੀਨ ਰਹਿੰਦੇ ਹਨ। ਅੱਜ ਇਤਨੀ ਹੀ ਸੇਵਾ ਪ੍ਰਵਾਨ ਕਰਨੀ ਪਿਆਰੀ ਸਾਧ ਸੰਗਤ। ਬਾਣੀ ਅਗਾਧ ਬੋਧ ਹੈ, ਬਾਣੀ ਪੜ੍ਹਦਿਆਂ, ਬਾਣੀ ਵਿਚਾਰਦਿਆਂ ਅਨੇਕ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਰੂਪ ਹੋ, ਗੁਰੂ ਰੂਪ ਹੋ, ਭੁੱਲਾਂ ਬਖਸ਼ ਦੇਣੀਆਂ। ਸਤਿਗੁਰ ਪਾਤਸ਼ਾਹ ਰਹਿਮਤ ਕਰਨ, ਬਾਣੀ ਦੀ ਸੋਝੀ, ਬਾਣੀ ਦਾ ਗਿਆਨ, ਬਾਣੀ ਦਾ ਪ੍ਰਕਾਸ਼ ਪੜ੍ਹਦਿਆਂ ਸੁਣਦਿਆਂ ਦੇ ਹਿਰਦਿਆਂ ਵਿੱਚ ਕਰ ਦੇਣ। ਬਾਣੀ ਦੇ ਭਾਵ ਪੜ੍ਹਦਿਆਂ ਸੁਣਦਿਆਂ ਦੇ ਹਿਰਦਿਆਂ ਵਿੱਚ ਵਸਾ ਦੇਣ। ਅਸੀਸ ਰੂਪੀ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।